ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਮੇਂ ਦਾ ਲਾਹਾ ਲਈਏ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਸਤਿਗੁਰਾਂ ਦੀ, ਗੌੜੀ ਸੁਖਮਣੀ ਮਹੱਲੇ 5ਵੇਂ ਦੀ ਬਾਣੀ। 14 ਸ਼ਲੋਕ ਤੇ 14 ਅਸ਼ਟਪਦੀਆਂ ਆਪਾਂ ਵਿਚਾਰੀਆਂ ਹਨ। ਆਓ ਅੱਜ 15ਵਾਂ ਸ਼ਲੋਕ ਤੇ 15ਵੀਂ ਅਸ਼ਟਪਦੀ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਜੀ ਸਮਝਾਉਂਦੇ ਨੇ ਸ਼ਲੋਕ ਦੇ ਵਿੱਚ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਪਰਮੇਸ਼ਰ ਸਰਬ ਕਲਾ ਭਰਪੂਰ ਹੈ, ਹਰ ਥਾਂ ਤੇ ਹੈ, ਜਰੇ ਜਰੇ ਵਿੱਚ ਹੈ। ਉਹ ਪ੍ਰਭੂ ਸਾਡੇ ਘਟ ਘਟ ਦੀ ਜਾਣਦਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇ ਅਸੀਂ ਉਸ ਨੂੰ ਜਾਣਨਾ ਹੈ, ਉਸ ਦੇ ਦਾ ਗਿਆਨ ਲੈਣਾ ਹੈ, ਉਸ ਦੀ ਵਿਰਥਾ ਨੂੰ ਆਪਾਂ ਜਾਣਨਾ ਹੈ। ਕਿਉਂਕਿ ਜਦ ਤੱਕ ਅਸੀਂ ਜਾਣਦੇ ਨਹੀਂ, ਆਪਾਂ ਉਹਦਾ ਸਿਮਰਨ ਨਹੀਂ ਕਰ ਸਕਦੇ ਤੇ ਉਦੋਂ ਤੱਕ ਸਾਡਾ ਉਦਾਰ ਨਹੀਂ ਹੋ ਸਕਦਾ। ਜਾ ਕੈ ਸਿਮਰਨ ਉਧਰੀਐ, ਨਾਨਕ ਤਿਸ ਬਲਿਹਾਰ। ਜਿਹਦੇ ਸਿਮਰਨ ਨਾਲ ਸਾਡਾ ਉਦਾਰ ਹੋਣਾ ਹੈ, ਉਸ ਤੋਂ ਬਲਿਹਾਰੇ ਜਾਣਾ ਹੈ। ਇਸ ਕਰਕੇ ਉਸ ਨੂੰ ਜਾਣਨਾ ਹੈ। ਉਸ ਨੂੰ ਜਾਣਨਾ ਕਿਵੇਂ ਹੈ, ਇਹ ਸਮਝਣਾ ਹੈ ਕਿ ਪ੍ਰਭੂ ਦੇ ਨਾਲ ਮਿਲਾਪ ਕਿਵੇਂ ਹੁੰਦਾ ਹੈ। ਇਹ ਬਿਰਥਾ ਨੂੰ ਆਪਾਂ ਸਮਝਣਾ ਹੈ। ਇਹ ਯੁਕਤ, ਇਹ ਗਿਆਨ ਲੈਣਾ ਹੁੰਦਾ ਹੈ, ਜਿਹਦੇ ਦੁਆਰਾ ਆਪਾਂ ਉਸ ਪ੍ਰਭੂ ਨੂੰ ਮਿਲ ਸਕਦੇ ਹਾਂ, ਸਾਡਾ ਉਦਾਰ ਹੋ ਸਕਦਾ ਹੈ। ਜਿਵੇਂ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ ਕਿ ਆਪਣੀ ਸਿਆਣਪ ਛੱਡਣੀ ਹੈ, ਸੰਤਾਂ ਦਾ ਸੰਗ ਕਰਨਾ ਹੈ। ਸੰਤ ਜਨ ਸਾਨੂੰ ਸਮਝਾਉਂਦੇ ਨੇ ਕਿਵੇਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣਾ ਹੈ। ਆਪਣੀ ਸਿਆਣਪ ਛੱਡ ਕੇ, ਬੰਦੇ ਦੀ ਟੇਕ ਛੱਡ ਕੇ, ਗਿਆਨ ਨੂੰ ਸੁਣ ਕੇ, ਗਿਆਨ ਨੂੰ ਮੰਨ ਕੇ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣਾ ਹੈ। ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਮਾਨ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਉਹਦਾ ਫਿਰ ਸਿਮਰਨ ਆਪਾਂ ਕਰਾਂਗੇ, ਫਿਰ ਸਾਡਾ ਉਦਾਰ ਹੋਏਗਾ, ਫਿਰ ਉਸ ਤੋਂ ਬਲਿਹਾਰੇ ਜਾਵਾਂਗੇ। ਆਓ ਅੱਗੇ ਅਸ਼ਟਪਦੀ ਦੇ ਵਿੱਚ ਆਪਾਂ ਵਿਚਾਰਦੇ ਹਾਂ। ਟੂਟੀ ਗਾਂਡਨਹਾਰ ਗੋਪਾਲ। ਸਾਡੀ ਲਿਵ ਟੁੱਟੀ ਹੈ ਮਾਲਕ ਦੇ ਨਾਲੋਂ। ਕਦੋਂ ਟੁੱਟੀ ਹੈ? ਜਦੋਂ ਇਸ ਤਨ ਦਾ ਜਨਮ ਹੋਇਆ, ਮਨ ਆ ਕੇ ਪੌਣ ਦੇ ਵਿੱਚ ਮਿਲਿਆ, ਦੋ ਨੇਤਰਾਂ ਦੇ ਵਿੱਚ ਬੈਠ ਗਿਆ ਤੇ ਲਿਵ ਟੁੱਟ ਗਈ, ਜੋ ਕਿ ਮਾਤਾ ਦੇ ਗਰਭ ਦੇ ਵਿੱਚ ਜੁੜੀ ਸੀ। ਉੱਥੇ ਸਾਨੂੰ ਅਗਨ ਪਾਉਂਦੀ ਨਹੀਂ ਸੀ, ਲੇਕਿਨ ਬਾਹਰਲੀ ਮਾਇਆ ਦੇ ਵਿੱਚ ਆ ਕੇ ਸਾਡੀ ਲਿਵ ਟੁੱਟ ਗਈ। ਇਸ ਕਰਕੇ ਮਾਇਆ ਨੇ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਉ ਦੂਜਾ ਲਾਇਆ। ਇਹ ਮਾਇਆ ਦੇ ਵਿੱਚ ਆ ਗਿਆ। ਇਸ ਮਾਇਆ ਕਰਕੇ ਦੂਜੇ ਨੂੰ ਪਰਮੇਸ਼ਰ ਨੂੰ ਵਿਸਰ ਗਿਆ, ਹਰੀ ਨੂੰ ਵਿਸਰ ਗਿਆ, ਕਿਉਂਕਿ ਇਸ ਮਾਇਆ ਦੇ ਨਾਲ ਮੋਹ ਪਾ ਲਿਆ।
ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਤੇ ਹੁਣ ਫਿਰ ਅਸੀਂ ਲਿਵ ਜੋੜਨੀ ਹੈ। ਲਿਵ ਜੁੜਦੀ ਕਿਵੇਂ ਹੈ? ਗੁਰ ਦੇ ਗਿਆਨ ਦੁਆਰਾ, ਗੁਰ ਦੀ ਕਿਰਪਾ ਦੁਆਰਾ। ਜਿਨ੍ਹਾਂ ਦੀ ਲਿਵ ਜੁੜ ਗਈ, ਇਸ ਮਾਇਆ ਦੇ ਵਿੱਚ ਰਹਿ ਕੇ ਹੀ ਪ੍ਰਭੂ ਨੂੰ ਪਾਲਿਆ। ਇਸ ਕਰਕੇ ਟੁੱਟੀ ਗੰਢ ਦਾ ਕੌਣ ਹੈ? ਪ੍ਰਭੂ। ਕਿਵੇਂ ਗੰਢਦਾ ਹੈ? ਗੁਰ ਦੇ ਗਿਆਨ ਦੁਆਰਾ। ਤੇ ਗੁਰ ਦੇ ਸ਼ਬਦ ਦੁਆਰਾ ਸਾਡੀ ਗੰਢੀ ਜਾਂਦੀ ਹੈ। ਇਸ ਕਰਕੇ ਸਾਧੂ ਸਮਝਾਉਂਦੇ ਨੇ, ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪਿਰਤਪਾਲ। ਉਹ ਸਾਰੇ ਜੀਆਂ ਨੂੰ ਆਪ ਪਾਲਣਹਾਰ ਹੈ, ਪਿਰਤ ਪਾਲਦਾ ਹੈ। ਕਿਵੇਂ ਪਾਲਦਾ ਹੈ? ਸਵਾਸ ਦੇ ਕੇ ਜਿੰਦਾ ਰੱਖਦਾ ਹੈ ਸਾਰਿਆਂ ਨੂੰ। ਕਿੰਨਾ ਨੇੜੇ ਵਸਦਾ ਹੈ ਜਿੱਥੋਂ ਸਵਾਸ ਆਉਂਦਾ ਹੈ। ਉੱਥੇ ਸਾਡੀ ਲਿਵ ਟੁੱਟੀ, ਉੱਥੇ ਫਿਰ ਸਾਡੀ ਟੁੱਟੀ ਨੂੰ ਗੰਢ ਦਿੰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ। ਸਗਲ ਦੀ ਚਿੰਤਾ ਹੈ ਜਿਸ ਦੇ ਵਿੱਚ ਹੈ, ਜਿਸ ਦੇ ਮਨ ਵਿੱਚ ਹੈ ਪ੍ਰਭੂ ਨੂੰ ਸਭ ਦੀ ਚਿੰਤਾ ਹੈ। ਤਿਸ ਤੇ ਬਿਰਥਾ ਕੋਈ ਨਾ ਹੈ, ਉਸ ਤੋਂ ਬਿਰਥਾ ਕੋਈ ਨਹੀਂ ਹੈ। ਸਾਰਿਆਂ 'ਚ ਵਸਦਾ ਹੈ, ਸਾਰਿਆਂ ਦੇ ਹਜ਼ੂਰ ਰਹਿੰਦਾ ਹੈ। ਜਿਵੇਂ ਮਾਤਾ ਬੱਚੇ ਨੂੰ ਸਾਹਮਣੇ ਬੈਠ ਕੇ ਭੋਜਨ ਖਿਲਾਉਂਦੀ ਹੈ, ਦੁੱਧ ਪਿਆਉਂਦੀ ਹੈ, ਇੱਦਾਂ ਹੀ ਪ੍ਰਭੂ ਸਾਡੇ ਹਮੇਸ਼ਾ ਸਾਹਮਣੇ ਹਜ਼ੂਰ ਰਹਿੰਦਾ ਹੈ, ਸਾਨੂੰ ਪਾਲਦਾ ਹੈ। ਕੋਈ ਵੀ ਉਸ ਤੋਂ ਬਿਰਥਾ ਨਹੀਂ ਹੈ। ਇਹ ਨਹੀਂ ਕਿ ਕਿਸੇ ਦੇ ਅੰਦਰ ਮਾਲਕ ਨਹੀਂ ਵਸਦਾ, ਸਭ ਦੇ ਵਸਦਾ ਹੈ। ਰੇ ਮਨ ਮੇਰੇ ਸਦਾ ਹਰ ਜਪ। ਹੁਣ ਮਨ ਨੂੰ ਸਮਝਾਇਆ ਹੈ ਕਿ ਹੇ ਮੇਰੇ ਮਨ, ਤੂੰ ਸਦਾ ਉਸ ਨੂੰ ਜਾਪ। ਜਾਪ ਆਪਾਂ ਕਈ ਵਾਰੀ ਵਿਚਾਰਿਆ ਹੈ। ਜਾਪ ਜਿਹੜਾ ਸ਼ਬਦ ਹੈ, ਇਹ ਹੈ ਦੇਖਣਾ। ਵੀ ਹੇ ਮੇਰੇ ਮਨ, ਉਸ ਨੂੰ ਤੂੰ ਦੇਖ। ਜਾਪਣਾ ਹੈ ਹੁੰਦਾ ਹੈ ਦੇਖਣਾ। ਅਬਿਨਾਸੀ ਪ੍ਰਭ ਆਪੇ ਆਪ। ਜਦੋਂ ਅਸੀਂ ਉਸ ਨੂੰ ਦੇਖਾਂਗੇ, ਸਾਰੇ ਪਾਸੇ ਆਪ ਹੀ ਵਸਿਆ ਹੋਇਆ, ਕਿਉਂਕਿ ਅਸੀਂ ਉਸ ਨੂੰ ਦੇਖਦੇ ਨਹੀਂ। ਅਸੀਂ ਮੁੱਖੋਂ ਤਾਂ ਬਹੁਤ ਗੱਲਾਂ ਕਰਦੇ, ਲੇਕਿਨ ਇੰਨਾ ਨੇੜੇ ਪ੍ਰਭੂ ਵਸਦਾ ਹੈ, ਉਸ ਨੂੰ ਦੇਖਿਆ ਨਹੀਂ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਉਸ ਨੂੰ ਦੇਖ, ਉਸ ਨੂੰ ਜਾਪ। ਫਿਰ ਪਤਾ ਚੱਲ ਜਾਏਗਾ ਕਿ ਸਾਰੇ ਪਾਸੇ ਆਪੇ ਆਪ ਹੈ, ਪਰ ਹੈ ਅਬਿਨਾਸੀ। ਕੋਈ ਚੱਕਰ ਨਹੀਂ, ਕੋਈ ਚਿਹਨ ਨਹੀਂ, ਵਰਨ ਨਹੀਂ, ਜਾਤ ਨਹੀਂ, ਪਾਤ ਨਹੀਂ, ਪ੍ਰਕਾਸ਼ ਰੂਪ ਹੈ। ਆਪਣ ਕੀਆ ਕਛੂ ਨਾ ਹੋਏ। ਹੁਣ ਆਪਣਾ ਕੀਆ ਨਹੀਂ ਕੁਛ ਵੀ ਹੁੰਦਾ, ਆਪਾਂ ਕੁਛ ਨਹੀਂ ਕਰ ਸਕਦੇ। ਜੇ ਸੋ ਪ੍ਰਾਣੀ ਲੋਚੈ ਕੋਏ। ਜੇ ਪ੍ਰਾਣੀ ਕੋਈ ਲੋਚੇ ਵੀ ਮੈਂ ਆਪ ਪ੍ਰਭੂ ਨੂੰ ਮਿਲ ਲਵਾਂਗਾ, ਮੈਂ ਆਪ ਇਹ ਟੁੱਟੀ ਗੰਢ ਲਵਾਂਗਾ, ਨਹੀਂ ਕਰ ਸਕਦਾ, ਕਿਉਂਕਿ ਆਪਣੇ ਵਸ ਨਹੀਂ ਹੈ। ਕਰਨ ਵਾਲਾ ਉਹ ਹੈ। ਪਹਿਲਾਂ ਵੀ ਆਪਾਂ ਕਈ ਵਾਰੀ ਵਿਚਾਰਿਆ ਹੈ ਕਿ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਈ, ਦੂਜਾ ਨਹੀਂ ਹੈ। ਤੋੜੀ ਵੀ ਉਸਨੇ ਹੈ ਲਿਵ, ਤੇ ਟੁੱਟੀ ਨੂੰ ਗੰਢਣ ਵਾਲਾ ਵੀ ਉਹ ਹੈ। ਟੂਟੀ ਗੰਠ ਪੜੈ ਵਿਚਾਰ, ਗੁਰ ਸ਼ਬਦੀ ਕਰ ਕਾਰਜ ਸਾਰ। ਵੀ ਟੂਟੀ ਫੇ ਗੱਡੀ ਜਾਂਦੀ ਹੈ ਗੁਰ ਦੀ ਸ਼ਬਦ ਵਿਚਾਰ ਦੁਆਰਾ, ਤੇ ਉਹਦੇ ਨਾਲ ਸਾਡਾ ਕਾਰਜ ਸਿਮਰਦਾ ਹੈ। ਲਾਹਾ ਸਾਚ ਨਾ ਆਵੇ ਟੋਟਾ। ਫਿਰ ਸੱਚਾ ਲਾਹਾ ਪ੍ਰਾਪਤ ਹੁੰਦਾ ਹੈ, ਟੋਟ ਨਹੀਂ ਆਉਂਦੀ। ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ। ਫਿਰ ਹਰ ਥਾਂ ਤੇ ਆ ਵਸਦਾ ਹੈ। ਤ੍ਰਿਭਵਨਾਂ ਵਿੱਚ ਵੀ ਹੈ ਤੇ ਚੌਥੇ ਪਦ ਵਿੱਚ ਵੀ ਹੈ, ਜੋ ਬਹੁਤ ਵੱਡਾ ਹੈ, ਬੇਅੰਤ ਹੈ, ਜਿਸ ਦਾ ਕੋਈ ਅੰਤ ਨਹੀਂ ਹੈ, ਪਾਰਾਵਾਰ ਨਹੀਂ ਹੈ। ਤਿਸ ਬਿਨ ਨਾਹੀਂ ਤੇਰਾ ਕਿਛ ਕਾਮ। ਉਸ ਪ੍ਰਭੂ ਤੋਂ ਬਿਨਾ ਹੋਰ ਕੁਛ ਵੀ ਸਾਡੇ ਕੰਮ ਆਉਣ ਵਾਲਾ ਨਹੀਂ ਹੈ। ਪ੍ਰਭੂ ਤੇ ਉਸ ਦਾ ਨਾਮ, ਜਿਸ ਨਾਲ ਲਿਵ ਟੁੱਟੀ ਹੈ, ਇਹ ਦੋ ਚੀਜ਼ਾਂ ਸਾਡੇ ਮਨ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਨਾਮ ਨੂੰ ਤਿਆਗ ਕੇ ਅਸੀਂ ਪ੍ਰਭੂ ਨੂੰ ਮਿਲ ਸਕਦੇ ਹਾਂ। ਨਾਮ ਦੇ ਵਿੱਚ ਮਨ ਨੂੰ ਨਿਰਮਲ ਕਰ ਸਕਦੇ ਹਾਂ। ਫਿਰ ਜਾ ਕੇ ਮਨ ਨਿਰਮਲ ਹੋਏਗਾ, ਫਿਰ ਸਾਰੇ ਪਾਸੇ ਪ੍ਰਭੂ ਨਜ਼ਰ ਆਏਗਾ।
ਸਾਰੇ ਪਾਸੇ ਦੇਖ ਸਕਾਂਗੇ। ਗਤ ਨਾਨਕ ਜਪ ਏਕ ਹਰ ਨਾਮ। ਗਤ ਹੋਣੀ ਹੈ ਇੱਕ ਨਾਮ ਦਾ ਗਿਆਨ ਲੈ ਕੇ, ਗੁਰ ਦਾ ਗਿਆਨ ਲੈ ਕੇ। ਗੁਰ ਦਾ ਗਿਆਨ ਕੌਣ ਦੇਗਾ? ਜਿਹੜੇ ਉਸਦੇ ਸੰਤ ਜਨ ਨੇ, ਸਾਧੂ ਜਨ ਨੇ, ਜਿਨ੍ਹਾਂ ਨੂੰ ਆਪਾਂ ਅੱਗੇ ਵਿਚਾਰਾਂਗੇ। ਉਹ ਜਪਣਗੇ ਤੇ ਅਸੀਂ ਉਸ ਨੂੰ ਦੇਖਾਂਗੇ, ਜਾਪਾਂਗੇ। ਰੂਪਵੰਤ ਹੋਏ ਨਾਹੀ ਮੋਹ ਹੈ। ਜੇ ਆਪਾਂ ਕਹੀਏ ਵੀ ਸਰੀਰਕ ਤੌਰ 'ਤੇ ਬੜੇ ਸੁੰਦਰ ਹਾਂ, ਆਪਣੇ ਤਨ ਨੂੰ ਸ਼ਿੰਗਾਰ ਲਿਆ, ਆਪਾਂ ਉਸ ਨੂੰ ਆਪਣੇ ਜਾਲ 'ਚ ਨਹੀਂ ਫਸਾ ਸਕਦੇ, ਆਪਣੇ ਪਿਆਰ ਵਿੱਚ, ਆਪਣੇ ਮੋਹ ਵਿੱਚ ਨਹੀਂ ਫਸਾ ਸਕਦੇ, ਕਿਉਂਕਿ ਉਹ ਸਾਡੇ ਸਰੀਰ ਨਾਲ ਪਿਆਰ ਨਹੀਂ ਕਰਦਾ, ਸਾਡੇ ਰੂਪ ਨਾਲ ਪਿਆਰ ਨਹੀਂ ਕਰਦਾ। ਉਹ ਪਿਆਰ ਕਰਦਾ ਹੈ ਸਾਡੀ ਜੋਤ ਦੇ ਨਾਲ, ਮਨ ਦੇ ਨਾਲ। ਜਦੋਂ ਮਨ ਸੁੰਦਰ ਹੋ ਜਾਏਗਾ ਫਿਰ ਆਪ ਸਾਡੇ ਪਿੱਛੇ ਚੱਲੇਗਾ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਕਿਉਂਕਿ ਪ੍ਰਭੂ ਦੀ ਜੋਤ ਸਾਰਿਆਂ ਦੇ ਵਿੱਚ ਹੈ। ਜਿਹੜੀ ਜੋਤ ਨਿਰਮਲ ਹੋ ਜਾਂਦੀ ਉਹ ਪ੍ਰਭੂ ਨੂੰ ਪਾਉਂਦੀ ਹੈ, ਉਸ ਨੂੰ ਸੌਂਦੀ ਹੈ ਦਰ 'ਤੇ। ਲੇਕਿਨ ਸਰੀਰ ਨੂੰ ਧੋਣ ਦੇ ਨਾਲ, ਸਰੀਰ ਨੂੰ ਸ਼ਿੰਗਾਰਨ ਦੇ ਨਾਲ ਪ੍ਰਭੂ ਨਹੀਂ ਮਿਲਦਾ। ਤਨ ਦਾ ਸ਼ਿੰਗਾਰ ਕਰਨ ਦੇ ਨਾਲ ਪ੍ਰਭੂ ਨੂੰ ਨਹੀਂ ਪਾਉਂਦੇ, ਮਨ ਦਾ ਸ਼ਿੰਗਾਰ ਪ੍ਰਭੂ ਨੂੰ ਪਾਉਂਦਾ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ। ਜੇ ਧਨ ਦੌਲਤ ਹੋਵੇ ਜੀਵ ਕੋਲ, ਕਾਹਦਾ ਗਰਬ ਕਰਦਾ ਹੈ? ਧਨ ਦੌਲਤ ਦੇ ਨਾਲ ਪ੍ਰਭੂ ਨਹੀਂ ਮਿਲਦਾ, ਗਰੀਬ ਨਿਵਾਜ ਹੈ। ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ। ਇਹ ਤਾਂ ਪ੍ਰਭੂ ਨੇ ਦਿੱਤਾ ਹੋਇਆ ਹੈ ਸਾਰਾ ਕੁਛ, ਧਨ ਦੌਲਤ, ਜਿਹਦੇ ਕਰਕੇ ਅਸੀਂ ਹੰਕਾਰ ਵਿੱਚ ਰਹਿੰਦੇ ਹਾਂ, ਗਰਬ ਕਰਦੇ ਹਾਂ ਕਿ ਸਾਡੇ ਕੋਲ ਇੰਨਾ ਧਨ ਦੌਲਤ ਹੈ, ਇੰਨੀ ਜਾਇਦਾਦ ਹੈ। ਇਹ ਤਾਂ ਪ੍ਰਭੂ ਦੀ ਦਿੱਤੀ ਹੋਈ ਹੈ। ਦਿੱਤੀ ਵੀ ਹੋਈ ਹੈ ਕਿਉਂਕਿ ਕੋਈ ਸਾਡੇ ਕਰਮ ਨੇ ਜਿਸ ਕਰਕੇ ਇਹ ਸਾਨੂੰ ਮਿਲੀ ਹੈ, ਜਿਸ ਕਰਕੇ ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ ਹਾਂ ਜਦੋਂ ਜੀਵ ਨੂੰ ਇਸ ਧਨ ਦੌਲਤ ਦਾ ਗਰਭ ਹੁੰਦਾ ਹੈ। ਧਨ ਦੌਲਤ ਹੋਣਾ ਮਾੜੀ ਗੱਲ ਨਹੀਂ, ਲੇਕਿਨ ਜਦੋਂ ਧਨ ਦੌਲਤ ਦਾ ਸਾਨੂੰ ਹੰਕਾਰ ਹੁੰਦਾ ਹੈ ਫਿਰ ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ, ਕਿਉਂਕਿ ਉਹ ਪ੍ਰਭੂ ਦੀ ਹੀ ਦਿੱਤੀ ਹੋਈ, ਆਪਣੀ ਨਹੀਂ ਹੈ। ਅਤ ਸੂਰਾ ਜੇ ਕੋ ਕਹਾਵੇ, ਕੋਈ ਆਪਣੇ ਆਪ ਨੂੰ ਬੜਾ ਸੂਰਮਾ ਕਹਾਉਂਦਾ ਹੈ। ਪ੍ਰਭ ਕੀ ਕਲਾ ਬਿਨਾ ਕਹਿਤਾ ਵੈ, ਪਰ ਪ੍ਰਭੂ ਦੀ ਦਇਆ ਤੋਂ ਬਿਨਾ ਮਨ ਪੰਜਾਂ ਨੂੰ ਵਸ ਵਿੱਚ ਨਹੀਂ ਕਰ ਸਕਦਾ, ਸੂਰਮਾ ਨਹੀਂ ਬਣ ਸਕਦਾ। ਕਿਉਂਕਿ ਸੰਸਾਰਿਕ ਸੂਰਮੇ ਤਾਂ ਹੋ ਸਕਦੇ ਬਾਹਰੀ, ਲੇਕਿਨ ਜੋ ਗੁਰਬਾਣੀ ਅਨੁਸਾਰ ਸੂਰਮਾ ਹੈ ਉਹ ਪ੍ਰਭੂ ਦੀ ਕਿਰਪਾ ਤੋਂ ਬਿਨਾ ਨਹੀਂ ਬਣ ਸਕਦਾ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਸੋ ਸੂਰਾ ਬਰਿਆਮ ਜਿਨੀ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ। ਜਿਨ੍ਹਾਂ ਨੇ ਅੰਦਰੋਂ ਹੰਕਾਰ ਨੂੰ ਮਾਰ ਲਿਆ ਉਹ ਅਸਲੀ ਸੂਰਮਾ ਹੈ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਸੂਰਮਾ ਜਿਹਨੂੰ ਹਰੀ ਦਾ ਰੰਗ ਲੱਗ ਗਿਆ। ਹਰੀ ਦਾ ਰੰਗ ਪ੍ਰਭੂ ਦੀ ਕਲਾ ਤੋਂ ਬਿਨਾਂ, ਪ੍ਰਭੂ ਦੀ ਦਇਆ ਤੋਂ ਬਿਨਾਂ ਨਹੀਂ ਲੱਗ ਸਕਦਾ। ਇਸ ਕਰਕੇ ਸੂਰਮਾ ਆਪਣੇ ਆਪ ਨੂੰ ਜੋ ਸਰੀਰਕ ਕਹਾਉਂਦਾ ਹੈ, ਉਹ ਆਪਾਂ ਵਿਚਾਰਿਆ ਹੈ ਕਿ ਉਹ ਫਿਰ ਜੀਵ ਦੀ ਕੀ ਹਾਲਤ ਹੁੰਦੀ ਹੈ। ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਇਸ ਕਰਕੇ ਸੂਰਮਾ ਜੋ ਗੁਰਬਾਣੀ ਅਨੁਸਾਰ ਹੈ ਉਹ ਸੂਰਮਾ ਹੈ ਜਿਹੜਾ ਆਪਣੇ ਧਰਮ ਦੇ ਨਾਲ ਲੜਦਾ ਹੈ, ਜਿਹੜਾ ਮੈਦਾਨ ਨਹੀਂ ਛੱਡਦਾ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਘਟ ਮਰੈ ਕਬੂ ਨ ਛਾੜੈ ਖੇਤ। ਇਸ ਕਰਕੇ ਸਮਝਾਉਂਦੇ ਨੇ ਕਿ ਉਸ ਪ੍ਰਭੂ ਤੋਂ ਬਿਨਾਂ ਮਨ ਕਰਕੇ ਅਸੀਂ ਸੂਰਮੇ ਨਹੀਂ ਬਣ ਸਕਦੇ। ਜੇ ਕੋ ਹੋਏ ਬਹਿ ਦਾਤਾਰ, ਜੇ ਕੋਈ ਆਪਣੇ ਆਪ ਨੂੰ ਦਾਤਾ ਕਹਾਉਂਦਾ ਹੈ, ਕਹਿੰਦਾ ਮੈਂ ਦਾਤ ਦੇਣ ਵਾਲਾ ਹਾਂ, ਕਿਉਂਕਿ ਬਹੁਤ ਸਾਰੇ ਦਾਤੇ ਨੇ ਅੱਜ ਸੰਸਾਰ 'ਚ ਆਪਣੇ ਆਪ ਨੂੰ ਕਹਾਉਂਦੇ ਨੇ, ਸ਼ੋਅ ਕਰਦੇ ਨੇ, ਦਿਖਾਵਾ ਕਰਦੇ ਨੇ। ਬੇਸ਼ੱਕ ਮੂੰਹੋਂ ਨਹੀਂ ਕਹਿੰਦੇ, ਲੇਕਿਨ ਪ੍ਰਭੂ ਘਟ ਘਟ ਕੇ ਅੰਤਰ ਕੀ ਜਾਣਨ ਵਾਲਾ ਹੈ। ਇਸ ਕਰਕੇ ਜੀਵ ਲੋਕਾਂ ਤੋਂ, ਸਾਡੇ ਵਰਗਿਆਂ ਤੋਂ ਛੁਪਾ ਸਕਦਾ ਹੈ,
लेकिन प्रभु जानता है कि अंदरों ये अपने आप नूं की समझदा है। ते प्रभु ऐसे जीवां नूं मूर्ख कहता है। तिस देन हार जाना गावार। मतलब कहते ये मूर्ख है, ये गवार है, तो खुद मंगता है, क्योंकि दाता एक परमेश्वर है, उस तो बिना दूजा दाता नहीं है। जिस गुर प्रसाद टूटे हो रोग। जिहदा रोग गुर दी किरपा, गुर दा ज्ञान लैके, गुर नूं कमा के, सुन के, मन के, कमा के हौमे दा रोग टुट जाता है। नानक सो जन सदा अरोग। वो सदा अरोग हो जाता, वो सदा तंदुरुस्त हो जाता, उसका मन पंजा बेकारां तो रहत हो जाता है। पर जे गुर कमा के गुर दया कर देवे, फिर हौमे खत्म हो जाती। हौमे ही है जिहड़ी सानू प्रभु तो विछोड़दी है। उस दे विच मोह लोभ ये सारे आउंदे ने। जदों हौमे खत्म हो गई तो मन ही प्रकाश हो गया, तो फिर ये चीज़ां मन दे नेड़े नहीं आउंदियां। ज्यों मंदिर को थामै थमन। हमारा समझाते ने भी जिमें मंदिर है, कोई मकान है, उस थले थम्मे ला देंदे हाँ, तो मकान डिगन तो रुक जाता है। त्यों गुर का शब्द मनै अस्थमन। त्यों गुर का शब्द मनै अस्थमन। एवें ही जे अपना मन डिगदा डोलदा है, ढहंदा है, स्थिर नहीं रहिंदा, टिका विच नहीं आउंदा, गुर दे शब्द द्वारा इसनूं टिका आ जाता है, स्थिर हो जाता है, डिगण डोलण तो रहत हो जाता है। ज्यों पखान नाव चढ़ तरै। पत्थर है, पानी च डुबदा है। जे आपां कोई दरिया वगदा है, नहर वगदी है, पानी वगदा है, असी पत्थर नूं दूजे पासे ले जाना चाहिए, पत्थर डुब जाएगा, पत्थर पार नहीं जा सकता। पर उसका एक तरीका है, जे साडे कोल बेड़ी होएगी, पत्थर नूं बेड़ी च रख लवांगे, ते बेड़ी ते चढ़ा के पत्थर रख के बेड़ी पत्थर नूं पार कर देगी, डुबण तो बचा लेगी, पार ला देगी। इदां ही जिहड़ा गुर दा ज्ञान है, गुर दे चरण लग के ही साडा मन इस भव सागर तो, जिहड़ा संसार सागर है, इस तो पार हो जाता है, इसनूं तर जाता है। ज्यों पखान नाव चढ़ तरै, गुर चरण लगत प्राणी, गुर चरण लगत निस्तरै। इदां प्राणी गुर दे चरनां नाल जला के पार हो जाता है। गुर दे शब्द का ज्ञान लैके शब्द पर जिहड़ा है वो बेड़ा बन जाता है, तो उस बेड़े ते मन सवार हो जाता है। जां शब्द गुरु बन जाता है, सुरती चेला बन जाती है। शब्द गुरु सुरत धुन चेला। जो अंधकार दीपक प्रकाश। जो अंधकार दीपक प्रकाश, जिवें अंधेरा होवे, अंधेरे दे विच दीवा जगाउण दे नाल चानण हो जाता है। बहुत, क्योंकि 500 साल पहला, 400 साल तो बाद पहला दी बाणी उचारी हुई है। बहुत समा हो गया है, 500 साल तो शुरू, 500 साल तो भी वध तो पहला दी शुरू हुई है। इस करके उस समय अज दा जो युग है इलैक्ट्रॉनिक इलैक्ट्रिसिटी ये नहीं सी, उस समय दीवे जगाए जाते सी। दीवे की उदाहरण है। अज आप कहिए भी लाइट जगा दईए, अंदर चानण हो जाएगा। उदों दीवे होंदे सी।
ਇਸ ਕਰਕੇ ਅੰਧੇਰੇ ਦੇ ਵਿੱਚ ਦੀਵਾ ਜਗਾਉਣ ਦੇ ਨਾਲ ਚਾਨਣ ਹੋ ਜਾਂਦਾ ਹੈ। ਜਿਵੇਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਬੇਗਾਸ। ਇੱਦਾਂ ਹੀ ਸਾਡੇ ਮਨ ਦੇ ਵਿੱਚ ਜਿਹੜਾ ਅੰਧੇਰਾ ਹੈ, ਗੁਰ ਦੇ ਦਰਸ਼ਨ ਦੁਆਰਾ, ਗੁਰ ਦੇ ਗਿਆਨ ਦੁਆਰਾ ਮਨ ਸਾਡਾ ਫਿਰ ਖਿੜ ਜਾਂਦਾ ਹੈ, ਵਿਗਾਸ ਹੋ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ ਹੈ। ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ। ਜਿੱਦਾਂ ਬਹੁਤ ਵੱਡਾ ਜੰਗਲ ਹੋਵੇ ਤੇ ਅਣਜਾਣ ਜੀਵ ਜੰਗਲ ਦੇ ਵਿੱਚ ਫਸ ਜਾਵੇ, ਭੇਤ ਨਾ ਰਹੇ ਰਸਤਾ ਭੁੱਲ ਜਾਵੇ, ਫਿਰ ਕੋਈ ਜੰਗਲ ਦਾ ਭੇਤੀ ਜੀਵ ਹੀ ਸਾਨੂੰ ਜੰਗਲ ਦੇ ਵਿੱਚ ਰਸਤਾ ਦਿਖਾ ਸਕਦਾ ਹੈ, ਸਾਨੂੰ ਸਹੀ ਮਾਰਗ ਤੇ ਪਾ ਸਕਦਾ ਹੈ। ਇੱਦਾਂ ਹੀ ਮਨ ਜਿਹੜਾ ਹੈ, ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਆ ਕੇ ਭਟਕ ਗਿਆ ਹੈ, ਰਸਤਾ ਭੁੱਲ ਗਿਆ ਘਰ ਨੂੰ ਜਾਣ ਦਾ। ਫਿਰ ਸਾਧੂ ਜਨ ਸਾਡੇ ਮਨ ਦੀ ਜੋਤ ਪ੍ਰਗਟ ਕਰਕੇ ਸਾਨੂੰ ਆਪਣੇ ਘਰ ਦਾ ਰਸਤਾ ਦਿਖਾਉਂਦੇ ਨੇ। ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਸਾਧੂ ਸੰਗ ਮਿਲ ਕੇ ਜੋਤ ਪ੍ਰਗਟ ਹੁੰਦੀ ਹੈ ਤੇ ਫਿਰ ਸਾਨੂੰ ਮਨ ਦਾ, ਆਪਣੇ ਘਰ ਦਾ ਗਿਆਨ ਹੋ ਜਾਂਦਾ ਹੈ। ਸੰਸਾਰ ਰੂਪੀ ਜੰਗਲ ਤੋਂ ਅਸੀਂ ਨਿਕਲ ਕੇ ਆਪਣੇ ਘਰ ਵਿੱਚ ਚਲੇ ਜਾਂਦੇ ਹਾਂ। ਤਿਨ ਸੰਤਨ ਕੀ ਬਾਛੂ ਤੂਰ, ਨਾਨਕ ਕੀ ਹਰ ਲੋਚਾ ਪੂਰ। ਇਹ ਗਿਆਨ ਦਿੰਦੇ ਕੌਣ ਨੇ? ਸੰਤ ਜਨ। ਜੇ ਸਾਨੂੰ ਮਨ ਨੂੰ ਟਿਕਾਉਣ ਵਾਸਤੇ ਗੁਰ ਦਾ ਸ਼ਬਦ ਦਿੰਦਾ ਹੈ, ਉਹ ਵੀ ਸੰਤ ਜਨ ਦਿੰਦੇ ਨੇ। ਜੇ ਪਖਾਨ ਦੀ ਤਰ੍ਹਾਂ, ਪੱਥਰ ਦੀ ਤਰ੍ਹਾਂ ਪਾਰ ਕਰਨਾ ਹੈ, ਮਨ ਰੂਪੀ ਪੱਥਰ ਨੇ ਜਿਹੜਾ ਕਿ ਹਉਮੈ ਕਰਕੇ ਸਥੂਲ ਹੈ, ਉੱਥੇ ਵੀ ਗੁਰ ਦਾ ਗਿਆਨ ਸੰਤ ਜਨ ਦਿੰਦੇ ਨੇ। ਇੱਦਾਂ ਹੀ ਜੇ ਅੰਧੇਰਾ ਹੈ, ਦੀਪਕ ਜਗਾਉਣਾ ਹੈ, ਉਹ ਵੀ ਸੰਤ ਜਨਾਂ ਨੇ ਸਾਨੂੰ ਜੋਤ ਨੂੰ ਕਿਵੇਂ ਜਗਾਉਣਾ ਹੈ ਉਹ ਗਿਆਨ ਦੇਣਾ ਹੈ। ਜੇ ਇਹ ਮਾਰਗ ਦੇ ਵਿੱਚ ਆਪਾਂ ਮਾਰਗ ਭੁੱਲ ਚੁੱਕੇ ਹਾਂ, ਸੰਸਾਰ ਦੇ ਵਿੱਚ ਆ ਕੇ, ਇਹ ਵੀ ਸੰਤ ਜਨ ਸਾਨੂੰ ਉਹ ਗਿਆਨ ਦਿੰਦੇ ਨੇ, ਗੁਰ ਦਾ ਗਿਆਨ ਦਿੰਦੇ ਨੇ, ਸਾਨੂੰ ਭੁੱਲਾ ਮਾਰਗ ਦੱਸਦੇ ਨੇ। ਇਸ ਕਰਕੇ ਐਸੇ ਸੰਤ ਜਿਹੜੇ ਸਾਨੂੰ ਰਸਤਾ ਪਾਉਂਦੇ ਨੇ, ਗਿਆਨ ਦਿੰਦੇ ਨੇ, ਮਾਰੇ ਕਹਿੰਦੇ ਉਹਨਾਂ ਦੀ ਧੂਰ ਅਸੀਂ ਵਾਂਛਦੇ ਹਾਂ। ਤਿੰਨ ਸੰਤਨ ਕੀ ਬਾਝੋਂ ਧੂਰ, ਨਾਨਕ ਕੀ ਹਰ ਲੋਚਾ ਪੂਰ। ਹੇ ਸੱਚੇ ਪਾਤਸ਼ਾਹ, ਹੇ ਪਰਮੇਸ਼ਰ ਸਤਿਗੁਰੂ, ਆਪਣੇ ਜਨ ਦੀ ਇਹ ਲੋਚਾ ਪੂਰੀ ਕਰ ਕਿ ਐਸੇ ਸੰਤਾਂ ਦਾ ਸਾਨੂੰ ਸੰਗ ਬਖਸ਼, ਐਸੇ ਸੰਤਾਂ ਦੇ ਬਚਨ ਪ੍ਰਾਪਤ ਹੋਣ। ਧੂਰੀ ਕੀ ਹੈ? ਬਚਨ, ਗਿਆਨ, ਜਿਹੜੇ ਸਾਨੂੰ ਅੰਧਕਾਰ ਦੇ ਵਿੱਚ ਮਨ ਦਾ ਪ੍ਰਕਾਸ਼ ਕਰਦੇ ਨੇ ਗੁਰ ਦੇ ਗਿਆਨ ਦੁਆਰਾ, ਜਿਹੜੇ ਇਸ ਭੁੱਲੇ ਭਟਕੇ ਮਨ ਨੂੰ ਜੋਤ ਪ੍ਰਗਟ ਕਰਕੇ ਘਰ ਦਾ ਰਸਤਾ ਦਿਖਾ ਦੇਣ, ਘਰ ਦੀ ਸੋਝੀ ਦੇ ਦੇਣ, ਜਿਹੜੇ ਸਾਨੂੰ ਇਸ ਭਵਸਾਗਰ ਤੋਂ ਪਾਰ ਕਰਨ ਦਾ ਤਰੀਕਾ ਦੱਸ ਦੇਣ। ਜਿਵੇਂ ਪੱਥਰ ਬੇੜੀ ਤੇ ਚੜ ਜਾਂਦਾ ਹੈ, ਇੱਦਾਂ ਗੁਰ ਜਿਹੜਾ ਹੈ ਉਹ ਬੇੜਾ ਬਣ ਕੇ ਤੇ ਮਨ ਸਵਾਰ ਹੋ ਕੇ ਪਾਰ ਹੋ ਜਾਵੇ। ਇੱਦਾਂ ਸਾਨੂੰ ਇਹ ਗਿਆਨ ਐਸੇ ਸੰਤ ਜਨਾਂ ਦਾ ਸੰਗ ਬਖਸ਼ਿਸ਼ ਕਰ। ਮਨ ਮੂਰਖ ਕਾਹੇ ਬਿਲ ਲਾਈਐ। ਹੁਣ ਮਨ ਨੂੰ ਸਮਝਾਉਂਦੇ ਨੇ ਕਿ ਹੇ ਮੂਰਖ ਮਨ, ਮੂਰਖ ਕਿਉਂ ਹੈ? ਕਿਉਂਕਿ ਉਸ ਪ੍ਰਭੂ ਨੂੰ ਭੁੱਲਿਆ, ਆਪਣੇ ਘਰ ਦਾ ਰਸਤਾ ਭੁੱਲ ਗਿਆ ਹੈ ਤੇ ਬਿਲ ਲਾਉਂਦਾ ਹੈ। ਪੂਰਬ ਲਿਖੇ ਕਾ ਲਿਖਿਆ ਪਾਈਐ, ਕਿ ਜਿਹੜਾ ਤੇਰੇ ਨਾਲ ਹੋਇਆ ਹੈ ਇਹ ਪੂਰਬ ਲਿਖੇ ਦਾ ਲਿਖਿਆ ਹੈ, ਉਹ ਸਾਨੂੰ ਪ੍ਰਾਪਤ ਹੁੰਦਾ। ਲੇਕਿਨ ਅਸੀਂ, ਮਹਾਰਾਜ ਦੱਸਿਆ ਹੈ ਕਿ ਅਸੀਂ ਗਿਆਨ ਲੈ ਕੇ ਫਿਰ ਆਪਣੇ ਘਰ ਜਾ ਸਕਦੇ ਹਾਂ। ਗਿਆਨ ਵੀ ਕਿਹੜਾ ਜੀਵ ਲੈਂਦਾ ਹੈ? ਜਿਨ੍ਹਾਂ ਤੇ ਪ੍ਰਭੂ ਨੇ ਇਹ ਗਿਆਨ ਕਿਰਪਾ ਕੀਤੀ ਹੁੰਦੀ ਹੈ। ਜਿਵੇਂ ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਤੀਜੇ ਪਾਤਸ਼ਾਹ ਜੀ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਪੁੱਛ ਰਹੇ ਨੇ ਕਿ ਇਸ ਦਾ ਪੂਰਬ ਲਿਖੇ ਕਰਕੇ ਸਾਡੀ ਲਿਵ ਜੁੜ ਗਈ ਮਾਲਕ ਦੇ ਨਾਲ, ਪਰ ਸਰੀਰ ਨੇ ਆ ਕੇ ਕੀ ਕਰਿਆ? ਤੈਂ ਕਿਹੜਾ ਕਰਮ ਕੀਤਾ? ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ।
ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਵੀ ਜਿਨ ਤੇਰਾ ਰਚਨ ਰਚੀ ਸੀ, ਤੂੰ ਤਾਂ ਉਸ ਨੂੰ ਵੀ ਮਨ ਵਿੱਚ ਨਹੀਂ ਵਸਾਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦਿ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਪੂਰਬ ਲਿਖਿਆ ਸੀ, ਇਸ ਕਰਕੇ ਗੁਰ ਦੀ ਕਿਰਪਾ ਦੇ ਨਾਲ ਮਨ ਹਰੀ ਮਨ ਦੇ ਵਿੱਚ ਵਸ ਗਿਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਫਿਰ ਜਿਹਨੇ ਇਹ ਗੁਰ ਦਾ ਗਿਆਨ ਲੈ ਕੇ ਸੱਚੇ ਗੁਰ ਦੇ ਨਾਲ ਚਿੱਤ ਜੋੜ ਲੈਂਦਾ ਹੈ ਜੋ ਜੀਵ, ਉਹਦਾ ਸਰੀਰ ਵੀ ਪ੍ਰਵਾਨ ਹੋ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਪੂਰਬ ਲਿਖਿਆ ਹੈ, ਉਹਨਾਂ ਨੂੰ ਫਿਰ ਇਹ ਟੁੱਟੀ ਗੰਢੀ ਜਾਂਦੀ ਹੈ। ਦੁੱਖ ਸੁੱਖ ਪ੍ਰਭ ਦੇ ਹੋਣਹਾਰ। ਜੇ ਇੱਥੇ ਦੁੱਖ ਸੁੱਖ ਆਉਂਦਾ ਹੈ, ਖੁਸ਼ੀ ਗਮੀ ਆਉਂਦੀ ਹੈ, ਉਹ ਵੀ ਸਾਡੇ ਪੂਰਬ ਕਰਮਾਂ ਦਾ ਹੈ। ਇਸ ਕਰਕੇ ਅਸੀਂ ਉਸ ਪ੍ਰਭੂ ਦੇ ਨਾਲ ਜੁੜਨਾ ਹੈ। ਦੁੱਖ ਸੁੱਖ ਨਹੀਂ ਦੇਖਣੇ, ਕਿਉਂਕਿ ਦੁੱਖ ਸੁੱਖ ਦੇ ਕੇ ਹੀ ਸਾਨੂੰ ਵਿਛੋੜਿਆ ਹੋਇਆ ਹੈ। ਦੁੱਖ ਸੁੱਖ ਹੀ ਬੰਧਨ ਨੇ, ਕਰਮ ਧਰਮ ਬੰਧਨ ਨੇ। ਸਾਡੇ ਜਿਹੜਾ ਵਿਛੋੜਾ ਹੈ, ਸਾਡੇ ਦਰ ਤੇ ਪ੍ਰਭੂ, ਜਿੱਥੇ ਪ੍ਰਭੂ ਤੇ ਸਾਡਾ ਇੱਕ ਹੱਦ ਹੈ, ਉੱਥੇ ਇਹਨਾਂ ਦਾ ਪਹਿਰਾ ਲੱਗਿਆ ਹੈ ਕਿ ਸਾਨੂੰ ਇੱਥੋਂ ਨਿਕਲ ਨਹੀਂ ਦਿੰਦੇ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਦੁੱਖ ਸੁੱਖ ਦਰਬਾਨੀ, ਪਾਪ ਪੁੰਨ ਦਰਵਾਜਾ। ਕਾਮ ਕਵਾੜੀ, ਦੁੱਖ ਸੁੱਖ ਦਰਬਾਨੀ, ਪਾਪ ਪੁੰਨ ਦਰਵਾਜਾ। ਕਹਿੰਦੇ ਕਾਮ ਦੀ ਖਿੜਕੀ ਹੈ, ਜਿਹਦੇ 'ਚ ਕਰਕੇ ਅਸੀਂ ਮਾਲਕ ਨਹੀਂ ਦੇਖਦੇ। ਪਾਪ ਪੁੰਨ ਦਾ ਦਰਵਾਜ਼ਾ ਹੈ। ਪਾਪ ਪੁੰਨ ਦਰਵਾਜ਼ੇ ਤੇ ਪਹਿਰਾ ਹੈ, ਤੇ ਪੁੰਨ ਪਾਪ ਜਿਹੜੇ ਕਾਮ ਕਵਾੜੀ, ਦੁੱਖ ਸੁੱਖ ਦਰਬਾਨੀ, ਦੁੱਖ ਸੁੱਖ ਦਰਵਾਜ਼ੇ ਤੇ ਪਹਿਰਾ ਦੇ ਰਹੇ ਨੇ। ਪਾਪ ਪੁੰਨ ਦਰਵਾਜ਼ਾ, ਪਾਪ ਪੁੰਨ ਦਾ ਦਰਵਾਜ਼ਾ ਲੱਗਿਆ ਹੈ। ਇਹ ਸਾਨੂੰ ਪ੍ਰਭੂ ਨੂੰ ਮਿਲ ਨਹੀਂ ਦਿੰਦੇ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਜਦੋਂ ਅਸੀਂ ਇਸ ਨੂੰ ਸਮ ਕਰਨਾ ਸਿੱਖ ਲਿਆ ਕਿ ਦੁੱਖ ਵੀ ਪ੍ਰਭੂ ਦਿੰਦਾ, ਸੁੱਖ ਵੀ ਪ੍ਰਭੂ ਦਿੰਦਾ ਹੈ, ਪਰ ਦਿੰਦਾ ਕਿਉਂ ਹੈ? ਕਿਉਂਕਿ ਸਾਡੇ ਪਿੱਛੇ ਕਰਮਾਂ ਦੇ ਹਿਸਾਬ ਨਾਲ ਸਾਨੂੰ ਮਿਲਦਾ ਹੈ। ਇਸ ਕਰਕੇ ਅਸੀਂ ਦੁਖੀ ਨਹੀਂ ਹੋਣਾ। ਜੇ ਦੁੱਖ ਆਉਂਦਾ ਹੈ, ਸੁੱਖ ਆਉਂਦਾ ਹੈ, ਆਪਾਂ ਉਸ ਨੂੰ ਝੱਲਣਾ ਹੁੰਦਾ ਹੈ। ਦੁਖੀ ਨਹੀਂ ਹੋਣਾ, ਬਿਲ ਲਾਉਣਾ ਨਹੀਂ ਹੈ, ਕਿਉਂਕਿ ਉਸ ਦੇ ਹੀ ਦਿੱਤਾ ਹੈ। ਅਵਰ ਤਿਆਗ ਤੂੰ ਤਿਸੇ ਚਿਤਾਰ। ਤੂੰ ਛੱਡ ਦੇ ਸਾਰਾ ਕੁਛ, ਬਸ ਤੂੰ ਪ੍ਰਭੂ ਨੂੰ ਚਿਤਾਰਦਾ ਰਹਿ। ਦੁੱਖ ਵੀ ਉਹ ਦਿੰਦਾ, ਸੁੱਖ ਵੀ ਉਹ ਦਿੰਦਾ ਹੈ। ਜੋ ਕਛ ਕਰੈ ਸੋਈ ਸੁਖਮਾਨ। ਜੋ ਵੀ ਉਹ ਕਰਦਾ ਹੈ, ਉਸ ਨੂੰ ਅਸੀਂ ਭਲਾ ਕਰਕੇ ਸੁਖੀ ਹੋ ਕੇ ਮੰਨਣਾ ਹੈ। ਦੁੱਖ ਦੇਵੇ, ਸੁੱਖ ਦੇਵੇ, ਖੁਸ਼ੀ ਦੇਵੇ, ਗਮੀ ਦੇਵੇ, ਲਾਹਾ ਮਿਲੇ, ਘਾਟਾ ਮਿਲੇ, ਜੋ ਵੀ ਹੈ, ਮਾਣ ਹੋਵੇ, ਅਪਮਾਨ ਹੋਵੇ, ਕੁਛ ਵੀ ਹੈ, ਇਸ ਨੂੰ ਆਪਾਂ ਸਹਿਣਾ ਹੈ, ਬਿਲ ਲਾਉਣਾ ਨਹੀਂ ਹੈ, ਕਿਉਂਕਿ ਉਹ ਸਾਨੂੰ ਰੱਖਣ ਵਾਲਾ ਹੈ, ਉਹ ਸਾਡੀ ਪਰਖ ਕਰਦਾ ਹੈ। ਭੂਲਾ ਕਾਹੇ ਫਿਰਿਆ ਜਾਣ। ਤੂੰ ਕਿਉਂ ਭੁੱਲਿਆ ਹੈ, ਅਣਜਾਣ ਹੋਇਆ ਹੈ? ਇਹ ਸਭ ਕੁਛ ਪ੍ਰਭੂ ਦੀ ਦਾਤ ਹੈ। ਕੇਤੇ ਦੁੱਖ ਭੂਖ ਸਦ ਮਾਰ, ਇਹ ਪੀਦਾ ਤੇਰੀ ਦਾਤਾਰ। ਕੌਣ ਵਸਤ ਆਈ ਤੇਰੇ ਸੰਗ? ਕਿਹੜੀ ਵਸਤੂ ਤੇਰੇ ਸੰਗ ਆਈ? ਕੁਛ ਵੀ ਨਾਲ ਨਹੀਂ ਆਇਆ। ਕੀ ਨਾਲ ਆਇਆ? ਤਨ। ਤਨ ਵੀ ਨਾਲ ਨਹੀਂ ਜਾਣਾ। ਜੋ ਤਨ ਉਪਜੋ ਸੰਗ ਹੀ, ਸੋ ਪੀ ਸੰਗ ਨਾ ਹੋਇਓ। ਇਹ ਵੀ ਸਾਡੇ ਨਾਲ ਨਹੀਂ ਜਾਣਾ। ਇਸ ਕਰਕੇ ਲਪਟ ਰਹੋ ਰਸ ਲੋਭੀ ਪਤੰਗ। ਕਹਿੰਦੇ ਤੂੰ ਲਪਟਿਆ ਹੈ ਲੋਭੀ ਹੋ ਕੇ ਇਹਨਾਂ ਰਸਾਂ ਦੇ ਵਿੱਚ, ਤਨ ਦੇ ਰਸਾਂ ਦੇ ਵਿੱਚ ਤੂੰ ਲਪਟਿਆ ਹੋਇਆ ਹੈ। ਕਿਹੜੀ ਵਸਤੂ ਤੇਰੇ ਨਾਲ ਹੈ? ਕਿਸ ਵਸਤੂ ਨੇ ਤੇਰੇ ਨਾਲ ਜਾਣਾ ਹੈ? ਕੁਛ ਵੀ ਨਾਲ ਨਹੀਂ ਜਾਣਾ। ਰਾਮ ਨਾਮ ਜਪ ਹਿਰਦੈ ਮਾਹੇ। ਇਸ ਕਰਕੇ ਹਿਰਦੇ ਦੇ ਵਿੱਚ ਰਾਮ ਨਾਮ ਨੂੰ ਜਪਣਾ ਹੈ। ਹਿਰਦੇ ਦੇ ਵਿੱਚ ਨਾਨਕ ਪਤ ਛੇਤੀ ਕਰ ਜਾਹੇ। ਕੀ ਹੋਏਗਾ ਇਸ ਦੇ ਨਾਲ? ਇੱਜ਼ਤ ਮਾਣ ਦੇ ਨਾਲ ਅਸੀਂ ਆਪਣੇ ਘਰ ਵਸ ਜਾਵਾਂਗੇ, ਜਿੱਥੇ ਨਾ ਕੋਈ ਚਿੰਤਾ ਹੋਏਗੀ, ਨਾ ਕੋਈ ਫਿਕਰ ਹੋਏਗਾ, ਨਾ ਸਾਡੇ ਕੋਲ ਫਿਰ ਸਾਨੂੰ ਤਨ ਮਿਲੇਗਾ, ਜੂਨੀ ਨਹੀਂ ਮਿਲੇਗੀ। ਇਸ ਕਰਕੇ
ਐਸਾ ਧਨ ਮਿਲ ਜਾਏਗਾ ਜਿਹੜਾ ਕਦੇ ਖੁੱਟਦਾ ਨਹੀਂ। ਅਖੁੱਟ ਧਨ ਮਿਲ ਜਾ, ਜਿਸ ਦੀ ਕਦੇ ਤੋਟ ਨਹੀਂ ਆਉਂਦੀ, ਜਿਸ ਨੂੰ ਕੋਈ ਲੁੱਟ ਨਹੀਂ ਸਕਦਾ, ਜਿਸ ਨੂੰ ਪਾਣੀ ਡੋਬ ਨਹੀਂ ਸਕਦਾ, ਜਿਸ ਨੂੰ ਪੌਣ ਉਡਾ ਨਹੀਂ ਸਕਦੀ, ਜਿਸ ਨੂੰ ਅਗਨ ਸਾੜ ਨਹੀਂ ਸਕਦੀ। ਐਸਾ ਧਨ ਮਿਲ ਜਾਏਗਾ ਜਿਸ ਨੂੰ ਚੋਰ ਠੱਗ ਚੁਰਾ ਨਹੀਂ ਸਕਦੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਿਹੜਾ ਵਖਰ ਲੈਣ ਅਸੀਂ ਆਏ ਹਾਂ ਉਹ ਤਾਂ ਸਾਡੇ ਘਰ ਵਿੱਚ ਹੀ ਹੈ, ਰਾਮ ਦਾ ਨਾਮ ਹੈ। ਪਰ ਸੰਤ ਜਨਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਧਨ ਕਿੱਥੇ ਹੈ, ਕਿਹੜੀ ਜਗ੍ਹਾ 'ਤੇ ਉਹ ਸਾਡਾ ਧਨ ਰੱਖਿਆ ਹੈ ਮਾਲਕ ਨੇ। ਜਿਨ੍ਹਾਂ ਨੇ ਘਰ 'ਚੋਂ ਪਾ ਲਿਆ ਉਹ ਸਾਨੂੰ ਦੱਸਦੇ ਨੇ ਵੀ ਇਹ ਵਖਰ ਜਿਹੜਾ ਅਸਲੀ ਧਨ, ਸੱਚਾ ਧਨ ਹੈ, ਉਹ ਕਿੱਥੇ ਪਿਆ ਹੈ। ਕਿਉਂਕਿ ਦੋ ਤਰ੍ਹਾਂ ਦੇ ਧਨ ਨੇ। ਮਹਾਰਾਜ ਸਮਝਾਉਂਦੇ ਨੇ, ਸੋਇਨਾ ਰੂਪਾ ਸੰਚੀਐ, ਧਨ ਕਾਚਾ ਬਿਕਸ਼ਾਰ, ਸਾ ਸਦਾਏ ਸੰਚ ਧਨ, ਦੁਬਦਾ ਹੋਏ ਖੁਆਰ। ਕਿ ਸੋਨਾ ਚਾਂਦੀ ਇਹ ਜੀਵ ਧਨ ਇਕੱਠਾ ਕਰਦਾ ਹੈ, ਪ੍ਰਾਪਤ ਕਰਦਾ ਹੈ, ਇਹ ਕੱਚਾ ਧਨ ਹੈ। ਇਹਨੂੰ ਕੱਟ ਕੇ ਫਿਰ ਆਪਣੇ ਆਪ ਨੂੰ ਸ਼ਾਹ ਕਹਾਉਂਦਾ ਹੈ, ਅਮੀਰ ਕਹਾਉਂਦਾ ਹੈ, ਲੇਕਿਨ ਫਿਰ ਖੁਆਰ ਹੋਣਾ ਪੈਂਦਾ ਹੈ ਜੀਵਨ ਨੂੰ। ਇਸ ਕਰਕੇ ਸੱਚਾ ਧਨ ਮਹਾਰਾਜ ਸਮਝਾਉਂਦੇ ਨੇ, ਸਚਿਆਰੀ ਸੱਚ ਸੰਚਿਆ। ਜਿਹੜੇ ਸਚਿਆਰੇ ਨੇ ਉਹ ਕੀ ਸੰਚਦੇ ਨੇ? ਸਾਚੋ ਨਾਮ ਅਮੋਲ। ਉਹ ਸੱਚਾ ਨਾਮ ਹੈ ਜਿਸ ਦਾ ਕੋਈ ਮੁੱਲ ਨਹੀਂ, ਅਮੁੱਲ ਹੈ। ਹਰ ਨਿਰਮਾਇਲ ਉਜਲੋ, ਹਰੀ ਨਿਰਮਲ ਹੈ, ਪ੍ਰਕਾਸ਼ ਰੂਪ ਹੈ, ਉਜਲਾ ਹੈ। ਉਸ ਧਨ ਨੂੰ ਜਦੋਂ ਅਸੀਂ ਪ੍ਰਾਪਤ ਕਰ ਲੈਂਦੇ, ਪੱਤ ਸਾਚੀ, ਉਸ ਘਰ ਵਿੱਚ ਸਾਡੀ ਸੱਚੀ ਪੱਤ ਪ੍ਰਾਪਤ ਹੁੰਦੀ। ਸੱਚ ਬੋਲ, ਸਾਡੇ ਬੋਲ ਵੀ ਸੱਚੇ ਹੋ ਜਾਂਦੇ ਨੇ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਪਤ ਦੇ ਨਾਲ, ਇੱਜ਼ਤ ਨਾਲ ਘਰ ਚਲੇ ਜਾਂਦਾ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਪਰ ਸੰਤਾਂ ਦੇ ਕੋਲ ਜਾ ਕੇ ਕਿਵੇਂ ਜਾਣਾ ਹੈ? ਸੰਤਾਂ ਕੋਲ ਉਹ ਸਾਨੂੰ ਦੱਸਣਗੇ ਕਿੱਥੇ ਜਾਣਾ ਹੈ। ਪਰ ਅਭਿਮਾਨ ਛੱਡ ਕੇ ਫਿਰ ਮਨ ਨੂੰ ਸੌਂਪਣਾ ਹੈ। ਮਨ ਦੇ ਵੱਟੇ ਰਾਮ ਨਾਮ ਮਿਲਦਾ ਹੈ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਮਨ ਦੇ ਵੱਟੇ ਰਾਮ ਨਾਮ ਪ੍ਰਾਪਤ ਹੋ ਜਾਂਦਾ ਹੈ ਹਿਰਦੇ ਦੇ ਵਿੱਚ। ਫਿਰ ਤੋਲਦੇ ਹਾਂ। ਕੋਈ ਸੰਸਾਰਿਕ ਤਕੜੀ ਨਹੀਂ ਹੈ ਜਿੱਥੇ ਰਾਮ ਨਾਮ ਨੂੰ ਤੋਲਿਆ ਜਾਂਦਾ। ਹਿਰਦੇ ਦੇ ਵਿੱਚ ਇੱਕ ਪਾਸੇ ਮਨ ਰੱਖ ਦਿੱਤਾ ਜਾਂਦਾ, ਦੂਜੇ ਪਾਸੇ ਨਾਮ ਰੱਖ ਦਿੱਤਾ। ਇਸ ਕਰਕੇ ਹੋਰ ਕਿਸੇ ਤਰੀਕੇ ਦੇ ਨਾਲ ਨਾਮ ਪ੍ਰਾਪਤ ਨਹੀਂ ਹੁੰਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੁੱਲ। ਮਨ ਦੇ ਕੇ ਹੀ ਮਿਲਦਾ ਹੈ। ਲਾਦ ਖੇਪ ਸੰਤਾ ਸੰਗ ਚਾਲ, ਸੰਤਾਂ ਦਾ ਸੰਗ ਕਰਕੇ ਚੱਲਣਾ ਹੈ, ਸਰੀਰ ਕਰਕੇ ਨਹੀਂ, ਧਿਆਨ ਕਰਕੇ। ਸੰਤ ਸਾਨੂੰ ਦੱਸਦੇ ਨੇ ਕਿਵੇਂ, ਕਿਸ ਮਾਰਗ ਤੇ ਚੱਲਣਾ ਹੈ। ਧਿਆਨ ਦੁਆਰਾ ਉੱਥੇ ਆਪਾਂ ਚੱਲਣਾ ਹੈ। ਉਸ ਧਨ ਆਪਾਂ ਪ੍ਰਾਪਤ ਕਰਨਾ ਹੈ। ਲਾਦ ਖੇਪ ਸੰਤਾ ਸੰਗ ਚਾਲ, ਕਹਿੰਦੇ ਸੰਤਾਂ ਦਾ ਸੰਗ ਚੱਲ, ਫਿਰ ਇਹ ਖਜ਼ਾਨਾ ਲੱਦ ਲਾ ਆਪਣਾ। ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਵਿਖਿਆ ਜੰਜਾਲ ਜਿਹੜਾ ਹੈ ਇਸ ਨੂੰ ਤਿਆਗ ਦੇ, ਉਹ ਧਨ ਪ੍ਰਾਪਤ ਕਰ। ਧਨ ਧਨ ਕਹੇ ਸਭ ਕੋਏ, ਫਿਰ ਸਾਰੇ ਹੀ ਧਨ ਧਨ ਕਹਿਣਗੇ, ਲੋਕ ਵੀ ਤੇ ਪਰਲੋਕ ਵੀ। ਦੇਵਲੋਕ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋਏਗੀ। ਮੁਖ ਉਜਲ ਹਰ ਦਰਗਾਹ ਸੋਏ, ਮੁਖ ਪ੍ਰਕਾਸ਼ ਹੋ ਜਾਏਗਾ, ਉਜਲ ਹੋ ਜਾਏਗਾ, ਹਰੀ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਏਗਾ। ਇਹ ਵਪਾਰ ਬਿਰਲਾ ਵਪਾਰ ਹੈ, ਪਰ ਇਹ ਵਪਾਰ ਹੈ ਕੋਈ ਵਿਰਲਾ ਸੰਤ ਸਾਧੂ ਇਹ ਵਪਾਰ ਕਰਦਾ ਹੈ, ਜਿਸ ਦੇ ਕੋਲ ਮਾਲਕ ਨੇ ਇਹ ਖਜ਼ਾਨਾ ਰੱਖਿਆ ਹੈ। ਕੋਈ ਵਿਰਲਾ ਹੈ। ਨਾਨਕ ਤਾਕੈ ਸਦ ਬਲਿਹਾਰੈ। ਤੇ ਸਤਿਗੁਰ ਸਮਝਾਉਂਦੇ ਨੇ ਕਿ ਸਦ ਬਲਿਹਾਰੇ ਜਾਂਦੇ ਉਸ ਪ੍ਰਭੂ ਦੇ, ਇਸ ਧਨ ਦੇ, ਪਰ ਵਿਰਲੇ ਵਿਰਲੇ ਨੇ ਜਿਹੜੇ
ये वपार करते हैं। क्योंकि जब तक प्रभु ये खजाना देंदा नहीं, असीं वपार नहीं कर सकते नाम का। जिन्हां ने उस प्रभु नूं पाया, फिर उस प्रभु ने एक खजाना दिता, उन्होंने आके वणज करिया। जिवें बाबा कबीर जी समझाउंदे ने भी जे नाम का वणज करना है, फिर तुसीं साडे नाल सांझ पसाओ। कोह लड़का वेचई, लड़की वेचै खोए, सांझा करे कबीर स्यो, हर स्यो वणज करे। भी हरि का वणज करना हो, फिर साडे नाल सांझ बनाओ। इदां ही बाबा रविदास जी, को बनजारो राम को, मेरा टांडा ला दिया जाए रे। इदां धन गुरु नानक साहब जी, ए तन हार शराब को पाई, वखर नाम व्यापार, ए व्यापार ए वखर व्यापार सुदृढ़ पाई, गुर शब्द करे विचार, धन व्यापारी नानका पाई, मेल करे व्यापार। इदां विरले विरले जीव ने जिहड़े ये व्यापार करते हैं। नानक तक सद बलिहार। चरण साध के धोए धोए पियो। चरण की है, साधु की है, शरीर नहीं है। ये बहुत समझण की गल है, क्योंकि जब तक ये सानू समझ नहीं आती, शरीर एक कपड़ा है। एक खजाना जिहो जिहा पाएगा इस भांडे दे विच, उहो जिहा निकलदा। जिवें चौथे पातशाह समझाउंदे ने कि परमेश्वर जिहड़ा है वो मालक है, वो असली धनवंता है, वो सारे धन का मालक है, वो सच्चा शाह है। सच शाह हमारा तू तनी, सब जगत बनजारा राम राजे, सब पांडे तुदे साजिया, बिच वस्त हर थारा, जो पावे पांडे बिच वस्त, सा निकलै क्या कोई करे विचारा। जे जी भांडे च वस्तु पा दिंदा, हो जी निकलती है। भांडे पाउणी किसने है? प्रभु ने। जा नानक को हर बख्शिया, हर भगत भंडारा। पर जिस जन नूं, जिवें चौथे पातशाह जी समझाउंदे कि सानू तो उस प्रभु ने ये भगती का भंडार बख्शिश किया है, इस करके असीं तां प्रभु की सिफत सलाह करदे, असीं तां नाम की विचार करदे, क्योंकि उस प्रभु का बख्शिया होया खजाना है। इस करके सतगुरु समझाउंदे ने जिहड़े साध जन ने, साधु कोई शरीर नहीं है, एक मन की अवस्था है, जिहड़ा प्रभु जदों साडे मन नूं एक खजाना बख्शिश करता है, फिर उन्हां दे बचन ने जिहड़े उही फिर चरण ने, ना कि शरीर के चरण। क्योंकि आम लोग पैरां नूं धो धो के पी जाते हाँ, कोई शरीर का इशनान करके, कोई दुध नाल नहा के फिर दुध पिला दिंदा जीवां नूं, कोई पानी पिला दिंदा है, कोई पैर धो के पिला दिंदा है। ऐसा कुछ नहीं है, क्योंकि बचन ने साधु मन की अवस्था है, ज्ञान है। उस ज्ञान नूं असीं बार बार जदों कमाउंदे हाँ गुर नूं, उही साधु जनां दे चरण धोणे हुंदे ने। अर्प साध को अपना जियो, अपना मन साधु नूं अर्प देना है। उसके बचन फिर जदों असीं अर्प देवांगे, आपां सौंप देवांगे, फिर उसके दिते बचन नूं कमावांगे। साध की धूर करो इशनान, साधु के बचनां दे विच द्वारा फिर मन इशनान करता है। साध उपर जाइए कुर्बान, साध उपर कुर्बान जाना की है? उसके दिते ज्ञान नूं, उसकी दिती जुगती नूं कमाउणा ही उस तों कुर्बान जाना है। साध सेवा बड़ भागी पाई है। साधु की सेवा की है? नाम नूं त्याउणा, गुर नूं कमाउणा। पर एक बड़ भागी जीव ही प्राप्त करते हैं। साध संग हर कीर्तन गाइए, साधु का संग करके हरि का कीर्तन गाउणा। केड़ा कीर्तन है? जिहड़ा एक कीर्तन एक ओंकार दी धुन है। ओंकार एक धुन एको, एको राग अलापै, एका देसी एक दिखावै, एको रहा व्यापै, एक का सुरत एक ही सेवा, एक को गुर ते जापै। गुर दा ज्ञान, इको सेवा, इको साडी सारियां दी सुरती है। भलो भलो रे कीरतनियां, राम रमा रामा गुण गाओ, छोड़ माया के तंद सो।
ਮਾਇਆ ਦਾ ਧੰਦ ਛੱਡ ਕੇ ਰਾਮ ਨੂੰ ਰਮਣਾ, ਫਿਰ ਰਾਮ ਦੇ ਗੁਣ ਗਾਉਣੇ। ਸਾਧੂ ਜਨਾਂ ਦਾ ਸੰਗ ਕਰਕੇ ਠਾਕੁਰ ਆਪਣਾ ਜੋ ਜਨ ਪਾਇਆ, ਕੋਟ ਮਦੇ ਕਿਨੇ ਕੀਰਤਨ ਗਾਇਆ। ਇਹ ਕੀਰਤਨ ਹੈ ਜਿਹੜਾ ਪ੍ਰਭੂ ਨੂੰ ਪਾ ਗਿਆ, ਜਿਹੜਾ ਜਨ ਕਰੋੜਾਂ 'ਚ ਕੋਈ ਵਿਰਲਾ ਹੈ ਜਿਹੜਾ ਇਹ ਕੀਰਤਨ ਗਾਉਂਦਾ ਹੈ। ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤੇਹ ਕੀਰਤਨ ਇੱਕ। ਜਿਹੜੇ ਸਾਧੂ ਜਨ ਨੇ, ਜਿੱਥੇ ਇੱਕ ਮਨ ਸਾਧੂ ਦੀ ਅਵਸਥਾ 'ਤੇ ਹੈ, ਉੱਥੇ ਜਾ ਕੇ ਮਹਾਰਾਜ ਸਮਝਾਉਂਦੇ ਉੱਥੇ ਇੱਕ ਹੀ ਕੀਰਤਨ ਹੁੰਦਾ ਹੈ। ਇੱਕੋ ਧੁਨ ਰੋਗ ਅਲਾਪੀ ਜਾਂਦੀ ਹੈ, ਇੱਕ ਨੂੰ ਦੇਖਣ ਦਾ ਗਿਆਨ ਹੈ, ਇੱਕੋ ਸੁਰਤੀ ਦੁਆਰਾ ਸੇਵਾ ਹੈ। ਐਸਾ ਕੀਰਤਨ ਫਿਰ ਜਿਹੜਾ ਹੈ, ਉਸ ਕੀਰਤਨ ਨੂੰ ਕਹਿੰਦੇ ਨੇ ਸਾਧ ਸੰਗ ਹਰ ਕੀਰਤਨ ਗਾਈਐ। ਅਨੇਕ ਬਿਗਨ ਤੇ ਸਾਧੂ ਰੱਖੈ। ਫਿਰ ਅਨੇਕਾਂ ਬਿਗਨਾਂ ਤੋਂ ਸਾਧੂ ਬਚਾ ਲੈਂਦਾ ਹੈ। ਜੇ ਗੁਰ ਦਾ ਗਿਆਨ, ਸਾਧੂ ਦੇ ਬਚਨ ਸਾਡੇ ਨਾਲ ਨੇ, ਉਹ ਸਾਨੂੰ ਅਨੇਕਾਂ ਬਿਗਨਾਂ ਤੋਂ ਬਚਾ ਲੈਂਦੇ ਨੇ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਹਰੀ ਦੇ ਗੁਣ ਗਾਉਣੇ ਹੀ ਅੰਮ੍ਰਿਤ ਰਸ ਨੂੰ ਜਿਹੜੇ ਸੁਣਦੇ ਨੇ ਉਹ ਪੀਂਦੇ ਨੇ, ਤੇ ਜਿਹੜਾ ਗਾਉਂਦਾ ਹੈ ਉਹ ਵੀ ਹਰੀ ਦੇ ਰਸ ਨੂੰ ਚੱਖਦਾ ਹੈ। ਓਟ ਗਹੀ ਸੰਤੈ ਦਰ ਆਇਆ। ਓਟ ਲੈ ਕੇ ਸੰਤਾਂ ਦਾ ਸੰਗ ਕਰਕੇ ਫਿਰ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ। ਸਰਬ ਸੁਖ ਨਾਨਕ ਤੇ ਪਾਇਆ। ਫਿਰ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਸੋ ਆਓ ਹੁਣ ਨਾਲ ਨਾਲ ਆਪਾਂ ਉਹ ਕੀਰਤਨ ਕਰਨਾ ਹੈ। ਕਿਹੜਾ ਕੀਰਤਨ ਹੈ? ਜਿੱਥੇ ਗੁਰਮੁਖ ਜਨ ਮੁਖੋਂ ਦੱਸਦੇ ਨੇ ਵੀ ਇੱਥੇ ਧਿਆਨ ਲਗਾਉਣਾ ਹੈ, ਤੇ ਆਪਾਂ ਦੂਜੇ ਜੀਵਾਂ ਨੇ ਸੁਣ ਕੇ ਉਹ ਧਿਆਨ ਲਗਾਉਣਾ ਹੈ। ਜਿਸ ਕੀਰਤਨ ਨੂੰ ਕਲਯੁਗ ਦੇ ਵਿੱਚ ਪ੍ਰਧਾਨਗੀ ਦਿੱਤੀ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਗੁਰ ਦਾ ਗਿਆਨ ਮੁਖ ਤੇ ਲੈਣਾ ਹੈ, ਤੇ ਲਾਉਣਾ ਕੀ ਹੈ? ਧਿਆਨ। ਜਿਵੇਂ ਆਪਾਂ ਕਰਦੇ ਹਾਂ ਵੀ ਇੱਥੇ ਧਿਆਨ ਲਗਾਓ, ਇੱਥੇ ਧਿਆਨ ਲਗਾਓ, ਇਹ ਕੀਰਤਨ ਹੈ ਕਲਯੁਗ ਦੇ ਵਿੱਚ ਜਿਹੜਾ ਪ੍ਰਧਾਨ ਹੈ। ਜਿਨ੍ਹਾਂ ਨੇ ਇੱਕ ਨਿਮਖ ਹੀ ਇਸ ਨੂੰ ਗਾ ਲਿਆ, ਸੁਣ ਲਿਆ, ਤੇ ਉਹ ਛੁੱਟ ਜਾਂਦੇ ਨੇ। ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਸੋ ਆਓ ਗੁਰਮੁਖ ਪਿਆਰਿਓ, ਕਿਵੇਂ ਕਰਨਾ ਹੈ? ਪਹਿਲਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਦ੍ਰਿਸ਼ਟੀ ਇੱਥੇ ਫੋਕਸ ਕਰਨੀ ਹੈ। ਆਪਣੇ ਆਪ ਨੂੰ ਪਹਿਚਾਨਣਾ ਹੈ, ਦੇਖਣਾ ਹੈ। ਜੇਕਰ ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਸਾਨੂੰ ਨੱਕ ਦਿਸਦਾ ਹੈ, ਫਿਰ ਅਸੀਂ ਦੋ ਜੋਤਾਂ ਦੇ ਵਿੱਚ ਹੈ। ਫਿਰ ਮਨ ਦੋ ਜੋਤ ਹੈ, ਦੋ ਦ੍ਰਿਸ਼ਟੀ ਦੇ ਵਿੱਚ ਹੈ। ਜੇ ਨੱਕ ਨਜ਼ਰ ਨਹੀਂ ਆਉਂਦਾ, ਫਿਰ ਇੱਕ ਦ੍ਰਿਸ਼ਟ ਹਾਂ, ਜਿਸ ਨੂੰ ਦੇਵ ਲੋਕ ਕਹਿ ਦਿੱਤਾ ਹੈ, ਦੇਵਤਾ ਅਵਸਥਾ ਕਹਿ ਦਿੱਤਾ ਹੈ। ਆਪਾਂ ਆਪਣੇ ਆਪ ਨੂੰ ਦੇਖਣਾ ਕਿ ਸਾਨੂੰ ਨੱਕ ਦਿਸਦਾ, ਅਸੀਂ ਦੋ ਦ੍ਰਿਸ਼ਟੀ ਹਾਂ ਕਿ ਇੱਕ ਦ੍ਰਿਸ਼ਟ ਹਾਂ। ਨੱਕ ਨਹੀਂ ਦਿਸਦਾ, ਇੱਕ ਦੇ। ਜੇ ਫਿਰ ਸਾਨੂੰ ਨੱਕ ਦਿਸਦਾ ਹੈ, ਫਿਰ ਆਪਾਂ ਇਹ ਦੇਖਣਾ ਵੀ ਸਾਡਾ ਧਿਆਨ ਕਿਸ ਪਾਸੇ ਜ਼ਿਆਦਾ ਹੈ, ਕਿ ਅਸੀਂ ਤਮੋਗੁਣੀ ਹਾਂ, ਅਸੀਂ ਰਜੋਗੁਣੀ ਹਾਂ ਜਾਂ ਸਤੋਗੁਣੀ। ਜੇਕਰ ਨੱਕ ਸੱਜੇ ਪਾਸਿਓਂ ਦਿਸੇਗਾ, ਧਿਆਨ ਸੱਜੇ ਪਾਸੇ ਜ਼ਿਆਦਾ ਹੋਏਗਾ, ਤੇ ਤਮੋਗੁਣੀ ਹਾਂ। ਜੇ ਖੱਬੇ ਪਾਸੇ ਦਿਸੇਗਾ, ਰਜੋਗੁਣੀ ਹਾਂ। ਜੇ ਦਵੱਲੇ ਦਿਸਦਾ ਹੈ ਸੈਂਟਰ ਦੇ ਵਿੱਚ, ਫਿਰ ਸਤੋਗੁਣੀ ਹਾਂ। ਜੇ ਨਹੀਂ ਦਿਸਦਾ ਤੇ ਇੱਕ ਦ੍ਰਿਸ਼ਟ ਹਾਂ। ਇਹਨਾਂ ਆਪਣੇ ਆਪ ਨੂੰ ਪਰਖਣਾ ਹੈ। ਉਸ ਤੋਂ ਬਾਅਦ ਆਪ ਜੀ ਨੂੰ ਆਵਾਜ਼ ਦੇਵਾਂਗਾ, ਮੇਰੇ ਵੱਲ ਦੇਖ ਲਓ। ਪਹਿਲਾਂ ਇਸ ਪੁਆਇੰਟ 'ਤੇ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਪਰਖਣਾ ਹੈ, ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ, ਦੋ ਦ੍ਰਿਸ਼ਟ ਹਾਂ। ਜੇ ਦੋ ਦ੍ਰਿਸ਼ਟ ਹਾਂ, ਨੱਕ ਦਿਸਦਾ ਹੈ, ਕਿਸ ਪਾਸਿਓਂ ਦਿਸਦਾ। ਇਹਨਾਂ ਆਪਣੇ ਆਪ ਨੂੰ ਸਮਝ ਲੈਣਾ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ। ਪਲਕਾਂ ਉੱਤੇ ਚੁੱਕੋ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਬਾਪ ਸਾਹਮਣੇ ਦੇਖਣਾ ਹੈ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਨੂੰ ਫੋਕਸ ਕਰਕੇ ਇੱਥੇ ਦੇਖਣਾ ਹੈ। ਜੇ ਕੋਈ ਨਵਾਂ ਜੀਵ ਜਿਸ ਨੂੰ ਨੱਕ ਦਿਸਦਾ ਪਹਿਲਾਂ, ਉਸਨੇ ਫਿਰ ਦੇਖਣਾ ਹੈ ਕਿ ਜੇ ਹੁਣ ਨੱਕ ਦਿਸ ਨੂੰ ਹਟ ਗਿਆ, ਜਾਂ ਹਲਕਾ ਹਲਕਾ ਖੱਬੇ ਪਾਸੇ ਦਿਸ ਸਕਦਾ ਹੈ, ਇੱਕ ਪਰਛਾਈ ਪਰਛਾਵੇਂ ਦੀ ਤਰ੍ਹਾਂ
फिर आप एक दृष्टि ही हाँ, क्योंकि नेत्र ने इस पासे आना है। सो आओ नेत्र सम करके देखिए अपने आप ਨੂੰ। सामने लेके आओ ध्यान। मस्तक दे सामने ले जाओ, पलका उत्ते चुक। फिर सामने ले आओ। फिर दृष्टि फोकस करके सम करके अपने आप ਨੂੰ देखो। जे कोई नवा जीव जे नख पहला दिसदा सी वो आके देखो कि हुण दिसनों हट गया। अपने आप ਨੂੰ चेक करो, पहचानो। ध्यान नीचे ले जाओ, नीचे थले जो भी विषय है थले जिथे आप बैठे हाँ, चादर है फर्श है जो भी थले है उस तो थोड़ा ऊपर आप देखने की कोशिश करनी है। इत्थे सानू प्रकाश अनुभव होना शुरू होएगा। जिवें पानी सरोवर दे विच जल दीयां लहरां हुंदियां ने, इदां ही सानू इत्थे प्रकाश दीयां तरंगां एक हलचल अनुभव होएगी।
फिर सम करके अपने आप को देखिए। फिर नीचे लै जो ध्यान। अब फिर सम करके देखिए अपने आप को। फिर नीचे लै जो ध्यान। बिल्कुल रिलैक्स देखना होंदा है नीचे, बिल्कुल जोर नहीं लगाना। अब फिर सम करके देखिए अपने आप को।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਜਾਵਾਂਗੇ, ਇਹਨੂੰ ਮਹਾਰਾਜ ਸਮਝਾਉਂਦੇ ਨੇ, ਓਟ ਗਈ ਸੰਤਹਿ ਦਰ ਆਇਆ। ਸੰਤਾਂ ਦਾ ਸਹਾਰਾ ਲੈ ਕੇ ਉਸ ਪ੍ਰਭੂ ਦੇ ਦਰ 'ਤੇ ਜਾਵਾਂਗੇ। ਸਰਵ ਸੁਖ ਨਾਨਕ ਤੇ ਪਾਇਆ, ਤੇ ਉਹ ਸਾਰੇ ਸੁਖ ਪ੍ਰਾਪਤ ਕਰ ਲਵੇਗਾ ਜਿਹੜਾ ਸੰਤਾਂ ਦੇ ਬਚਨਾਂ ਦਾ ਸਹਾਰਾ ਲੈ ਕੇ ਉਸ ਪ੍ਰਭੂ ਦੇ ਦਰ 'ਤੇ ਆਸਣ ਲਾਉਂਦਾ ਹੈ, ਉਸ ਪ੍ਰਭੂ ਦੇ ਦਰ 'ਤੇ ਬੈਠਦਾ ਹੈ। ਉਹ ਦਰ ਜਿੱਥੋਂ ਕੋਈ ਵੀ ਖਾਲੀ ਨਹੀਂ ਆਉਂਦਾ, ਜਿਸ ਨੂੰ ਆਪਾਂ ਕਹਿੰਦੇ ਹਾਂ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਉਹ ਦਰ ਹੈ, ਉਸ ਦਰ 'ਤੇ ਆਪਾਂ ਜਾਵਾਂਗੇ ਵਿਸ਼ਵਾਸ ਦੇ ਨਾਲ। ਉੱਥੋਂ ਖਾਲੀ ਨਹੀਂ ਆਉਂਦਾ। ਬਿਰਥਾ ਕੋਇ ਨਾ ਜਾਹੇ, ਜੇ ਆਵਹਿ ਤੋ ਦਾਹੇ, ਪਰ ਜਾਵੇ ਵਿਸ਼ਵਾਸ ਦੇ ਨਾਲ। ਸੋ ਇਸ ਤਰੀਕੇ ਨਾਲ ਆਪਾਂ ਆਪਣਾ ਮਾਨ ਛੱਡ ਕੇ ਜਾਣਾ ਹੈ, ਮਨ ਸੌਂਪ ਦੇਣਾ ਹੈ ਤੇ ਨਾਮ ਹਿਰਦੇ 'ਚ ਵਸਾ ਲੈਣਾ ਹੈ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਸੋ ਗੁਰੂ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।